ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ। ਉਸ ਦੀ ਯੂਨਿਟ ਨੰਬਰ ਹੈ ਜਿਹੜੀ ਆਪਾਂ ਕਰਾਂਗੇ 112। ਇਸ ਦੇ ਵਿੱਚ ਆਪਾਂ ਨੇ ਪੜ੍ਹਨਾ ਈਵਨ ਦੇ ਬਾਰੇ। ਜਿਹੜਾ ਈਵਨ ਹੈ ਇਸ ਦਾ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਦੋਂ ਕਰਦੇ ਹਾਂ, ਕਿਸ ਸੈਂਸ ਦੇ ਲਈ ਕਰਦੇ ਹਾਂ, ਉਹ ਆਪਾਂ ਦੇਖਾਂਗੇ। ਇਸ ਤੋਂ ਅੱਗੇ ਮੈਂ ਇਸ ਦਾ ਇੱਕ ਮੀਨਿੰਗ ਲਿਖਿਆ ਪੰਜਾਬੀ ਦੇ ਵਿੱਚ, ਇੱਥੋਂ ਤੱਕ ਕਿ। ਹੁਣ ਇੱਕ ਸੈਂਟੈਂਸ ਦੇ ਵਿੱਚ ਇਹ ਜਿਹੜੀ ਸੈਂਸ ਹੈ, ਇਸ ਸੈਂਸ ਦੇ ਲਈ ਆਪਾਂ ਈਵਨ ਦਾ ਯੂਜ਼ ਕਦੋਂ ਕਰਦੇ ਹਾਂ ਉਹ ਜਦੋਂ ਆਪਾਂ ਐਗਜ਼ਾਮਪਲਸ ਪੜਾਂਗੇ ਤੁਹਾਨੂੰ ਉਦੋਂ ਪਤਾ ਚੱਲੇਗਾ। ਫਿਲਹਾਲ ਤੁਸੀਂ ਇਸ ਦੇ ਵਿੱਚ ਜ਼ਿਆਦਾ ਪਜ਼ਲ ਨਾ ਹੋਵੋ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਈਵਨ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ ਇੱਕ ਸੈਂਟੈਂਸ ਦੇ ਵਿੱਚ, ਕਿਸ ਸੈਂਸ ਦੇ ਲਈ ਕਰਦੇ ਹਾਂ। ਦੇਖੋ ਆਪਣੇ ਕੋਲ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਸਟੱਡੀ ਦਿਸ ਐਗਜ਼ਾਮਪਲ ਸਿਚੁਏਸ਼ਨ। ਇੱਕ ਸਿਚੁਏਸ਼ਨ ਦਿੱਤੀ ਹੈ ਐਗਜ਼ਾਮਪਲ ਦੇ ਰਾਹੀਂ, ਉਹ ਐਗਜ਼ਾਮਪਲ ਆਪਾਂ ਪੜ੍ਹਦੇ ਹਾਂ, ਆਪਾਂ ਨੂੰ ਪਤਾ ਚੱਲੇਗਾ ਕਿ ਈਵਨ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ। ਦੇਖੋ ਇਸ ਐਗਜ਼ਾਮਪਲ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਕਿਹਾ ਹੈ ਟੀਨਾ ਲਵਜ਼ ਵਾਚਿੰਗ ਟੈਲੀਵਿਜ਼ਨ। ਜਿਹੜੀ ਟੀਨ ਹੈ ਉਸ ਨੂੰ ਟੈਲੀਵਿਜ਼ਨ ਦੇਖਣਾ ਬਹੁਤ ਜ਼ਿਆਦਾ ਪਸੰਦ ਹੈ। ਸ਼ੀ ਹੈਜ਼ ਅ ਟੀਵੀ ਇਨ ਐਵਰੀ ਰੂਮ ਆਫ ਦਾ ਹਾਊਸ। ਉਹਨਾਂ ਦੇ ਘਰ ਦੇ ਹਰ ਇੱਕ ਰੂਮ ਦੇ ਵਿੱਚ ਟੀਵੀ ਹੈ ਜਿਹੜਾ ਉਹ ਲੱਗਿਆ ਹੋਇਆ। ਈਵਨ ਦਾ ਬਾਥਰੂਮ, ਇੱਥੋਂ ਤੱਕ ਕਿ ਬਾਥਰੂਮ ਦੇ ਵਿੱਚ ਵੀ। ਹੁਣ ਦੇਖੋ ਇੱਥੇ ਜਿਹੜਾ ਇਸ ਦਾ ਮੀਨਿੰਗ ਹੈ ਨਿਕਲਿਆ ਈਵਨ ਦਾ ਇੱਥੋਂ ਤੱਕ ਕਿ ਬਾਥਰੂਮ ਦੇ ਵਿੱਚ ਵੀ। ਹੁਣ ਈਵਨ ਦਾ ਯੂਜ਼ ਆਪਾਂ ਇੱਥੋਂ ਤੱਕ ਕਿ ਕਿਉਂ ਕੀਤਾ? ਆਪਾਂ ਈਵਨ ਦਾ ਯੂਜ਼ ਉਦੋਂ ਕਰਦੇ ਹਾਂ ਜਦੋਂ ਆਪਾਂ ਨੂੰ ਕੋਈ ਕੰਡੀਸ਼ਨ ਜਾਂ ਕੋਈ ਸਿਚੁਏਸ਼ਨ ਅਨਯੂਜ਼ੂਅਲ ਲੱਗੇ। ਅਨਯੂਜ਼ੂਅਲ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਸੁਣਨ ਦੇ ਵਿੱਚ ਉਸ ਗੱਲ ਤੇ ਵਿਸ਼ਵਾਸ ਨਾ ਹੋਵੇ ਵੀ ਇਹ ਤਾਂ ਅਨਯੂਜ਼ੂਅਲ ਹੈ, ਇਹ ਗੱਲ ਤਾਂ ਹੋ ਹੀ ਨਹੀਂ ਸਕਦੀ, ਹੈ ਨਾ, ਬਹੁਤ ਰੇਅਰ ਹੁੰਦੀ ਹੈ। ਜਾਂ ਫਿਰ ਆਪਾਂ ਨੂੰ ਸਰਪ੍ਰਾਈਜ਼ ਹੋਵੇ, ਕੋਈ ਗੱਲ ਸੁਣ ਕੇ ਆਪਾਂ ਨੂੰ ਸਰਪ੍ਰਾਈਜ਼ ਹੋਈ, ਆਪਾਂ ਵੀ ਹੈ ਅਜਿਹਾ ਵੀ ਹੋ ਸਕਦਾ ਹੈ। ਹੁਣ ਇੱਥੇ ਦੇਖੋ ਆਪਾਂ ਸੁਣ ਕੇ ਸਰਪ੍ਰਾਈਜ਼ ਹੋਇਆ। ਪਹਿਲੀ ਗੱਲ ਕਿ ਟੀਨਾ ਨੂੰ ਟੀਵੀ ਦੇਖਣਾ ਪਸੰਦ ਹੈ, ਕੋਈ ਪ੍ਰੋਬਲਮ ਨਹੀਂ, ਹੁੰਦਾ ਹਰ ਇੱਕ ਨੂੰ ਹੁੰਦਾ ਹੈ ਨਾ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਹਰ ਇੱਕ ਰੂਮ ਦੇ ਵਿੱਚ ਟੀਵੀ ਹੈ, ਇਹ ਵੀ ਹੋ ਸਕਦਾ ਹੈ, ਹਰ ਇੱਕ ਕਮਰੇ ਦੇ ਵਿੱਚ ਆਪਾਂ ਟੀਵੀ ਲਵਾ ਸਕਦੇ ਹਾਂ। ਪਰ ਅੱਗੇ ਲਿਖਿਆ ਈਵਨ ਦਾ ਬਾਥਰੂਮ, ਕਿ ਬਾਥਰੂਮ ਦੇ ਵਿੱਚ ਵੀ ਟੀਵੀ ਹੈ। ਇਹ ਗੱਲ ਸੁਣ ਕੇ ਆਪਾਂ ਬਹੁਤ ਜ਼ਿਆਦਾ ਸਰਪ੍ਰਾਈਜ਼ ਹੋਏ, ਹੈ ਨਾ, ਬਹੁਤ ਜ਼ਿਆਦਾ ਅਨਯੂਜ਼ੂਅਲ ਜੀ ਗੱਲ ਲੱਗੀ ਕਿ ਬਾਥਰੂਮ ਦੇ ਵਿੱਚ ਵੀ ਕਿਤੇ ਟੀਵੀ ਹੁੰਦਾ। ਤਾਂ ਕਰਕੇ ਇੱਥੇ ਆਪਾਂ ਈਵਨ ਦਾ ਯੂਜ਼ ਕੀਤਾ, ਈਵਨ ਦਾ ਬਾਥਰੂਮ, ਇੱਥੋਂ ਤੱਕ ਕਿ ਬਾਥਰੂਮ ਦੇ ਵਿੱਚ ਵੀ ਉਹਨਾਂ ਦੇ ਟੀਵੀ ਲੱਗਿਆ ਹੋਇਆ। ਤਾਂ ਅਜਿਹੀ ਕੰਡੀਸ਼ਨ ਦੇ ਵਿੱਚ ਆਪਾਂ ਈਵਨ ਦਾ ਯੂਜ਼ ਕਰਦੇ ਹਾਂ। ਅੱਗੇ ਦੇਖੋ ਇਹਨਾਂ ਨੇ ਆਪਾਂ ਨੂੰ ਲਿਖ ਕੇ ਵੀ ਸਮਝਾਇਆ ਹੋਇਆ ਅੱਗੇ, ਵੀ ਯੂਜ਼ ਈਵਨ, ਅਸੀਂ ਈਵਨ ਦਾ ਯੂਜ਼ ਕਰਦੇ ਹਾਂ ਟੂ ਸੇ ਦੈਟ, ਇਹ ਗੱਲ ਕਹਿਣ ਦੇ ਲਈ ਸਮਥਿੰਗ ਇਜ਼ ਅਨਯੂਜ਼ੂਅਲ ਔਰ ਸਰਪ੍ਰਾਈਜ਼ਿੰਗ। ਜਦੋਂ ਕੋਈ ਚੀਜ਼ ਆਪਾਂ ਨੂੰ ਅਨਯੂਜ਼ੂਅਲ ਲੱਗੇ, ਮਤਲਬ ਕਿ ਆਪਾਂ ਨੂੰ ਠੀਕ ਨਾ ਲੱਗੇ ਜਾਂ ਫਿਰ ਸਰਪ੍ਰਾਈਜ਼ਿੰਗ ਲੱਗੇ, ਆਪਾਂ ਸਰਪ੍ਰਾਈਜ਼ ਹੋਈਏ ਸੁਣ ਕੇ ਵੀ ਇਹ ਵੀ ਹੁੰਦਾ ਕਿਤੇ, ਜਿਸ ਤਰ੍ਹਾਂ ਆਪਾਂ ਸਰਪ੍ਰਾਈਜ਼ ਹੋਏ ਕਿ ਬਾਥਰੂਮ ਦੇ ਵਿੱਚ ਵੀ ਕਿਤੇ ਟੀਵੀ ਹੁੰਦਾ ਕਿਸੇ ਦੇ, ਹਨਾ। ਇਟ ਇਜ਼ ਨਾਟ ਯੂਜ਼ੂਅਲ, ਕਿਉਂਕਿ ਇਹ ਗੱਲ ਯੂਜ਼ੂਅਲ ਨਹੀਂ ਹੈਗੀ, ਹਨਾ। ਟੂ ਹੈਵ ਅ ਟੀਵੀ ਇਨ ਬਾਥਰੂਮ, ਕਿ ਬਾਥਰੂਮ ਦੇ ਵਿੱਚ ਕਿਸੇ ਦੇ ਟੀਵੀ ਹੋਵੇ, ਇਹ ਗੱਲ ਯੂਜ਼ੂਅਲ ਆਪਾਂ ਨੂੰ ਨਹੀਂ ਲੱਗਦੀ ਕਿ ਬਾਥਰੂਮ ਦੇ ਵਿੱਚ ਵੀ ਕਿਤੇ ਟੀਵੀ ਹੁੰਦਾ, ਹੈ ਨਾ। ਤਾਂ ਉਸ ਜਗ੍ਹਾ ਤੇ ਆਪਾਂ ਈਵਨ ਦਾ ਯੂਜ਼ ਆ ਜਿਹੜਾ ਉਹ ਕਰਦੇ ਹਾਂ। ਸਮ ਮੋਰ ਐਗਜ਼ਾਮਪਲਸ, ਹੋਰ ਐਗਜ਼ਾਮਪਲ ਆਪਾਂ ਕੁਝ ਦੇਖ ਲੈਂਦੇ ਹਾਂ ਇਹੋ ਜਿਹੀਆਂ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ ਹੈ, ਥੀਸ ਪਿਕਚਰਸ ਆਰ ਰੀਅਲੀ ਆਫੁਲ। ਆਫੁਲ ਹੁੰਦਾ ਘਟੀਆ। ਕਹਿੰਦਾ ਕਿਸੇ ਦੇ ਘਰ ਗਏ, ਆਪਾਂ ਕਿਸੇ ਦੇ ਘਰੇ ਗਏ, ਆਪਾਂ ਨੇ ਪਿਕਚਰਸ ਦੇਖੀਆਂ ਕੰਧ ਤੇ ਲੱਗੀਆਂ ਹੋਈਆਂ, ਆਪਾਂ ਕਹਿ ਰਹੇ ਹਾਂ ਕਿ ਜਿਹੜੀਆਂ ਇਹ ਪਿਕਚਰਸ ਨੇ ਬਹੁਤ ਜ਼ਿਆਦਾ ਆਫੁਲ, ਬਹੁਤ ਜ਼ਿਆਦਾ ਘਟੀਆ ਨੇ। ਈਵਨ, ਇੱਥੇ ਆਪਾਂ ਨੇ ਈਵਨ ਯੂਜ਼ ਕੀਤਾ। ਦੇਖੋ ਈਵਨ ਦੀ ਸੈਂਸ ਕੀ ਨਿਕਲੂਗੀ, ਆਪਾਂ ਈਵਨ ਕਦੋਂ ਯੂਜ਼ ਕਰਦੇ ਹਾਂ, ਤਾਂ ਕਰਕੇ ਈਵਨ ਯੂਜ਼ ਕੀਤਾ, ਕਿਉਂਕਿ ਸੈਂਸ ਦੇਖੋ। ਈਵਨ ਆਈ ਟੇਕ ਬੈਟਰ ਪਿਕਚਰਸ ਦੈਨ ਥੀਸ, ਇੱਥੋਂ ਤੱਕ ਕਿ ਇਹਨਾਂ ਨਾਲੋਂ ਤਾਂ ਮੈਂ ਵੀ ਵਧੀਆ ਫੋਟੋਆਂ ਜਿਹੜੀਆਂ ਪਿਕਚਰਸ ਨੇ ਉਹ ਲੈ ਸਕਦਾ, ਕਲਿੱਕ ਕਰ ਸਕਦਾ। ਔਰ ਅੱਗੇ ਬ੍ਰੈਕਟ ਦੇ ਵਿੱਚ ਲਿਖਿਆ ਐਂਡ ਆਈ ਐਮ ਸਰਟਨਲੀ ਨਾਟ ਅ ਗੁੱਡ ਫੋਟੋਗ੍ਰਾਫਰ, ਮਤਲਬ ਕਿ ਆਪਾਂ ਇਹ ਗੱਲ ਕਹਿਣਾ ਚਾਹ ਰਹੇ ਹਾਂ, ਆਪਾਂ ਕਿਸੇ ਦੇ ਘਰ ਗਏ, ਦੀਵਾਰ ਤੇ ਫੋਟੋਆਂ ਲੱਗੀਆਂ ਹੋਈਆਂ ਨੇ, ਆਪਾਂ ਨੂੰ ਫੋਟੋਆਂ ਲੱਗੇ ਕਿ ਬਿਲਕੁਲ ਬੇਕਾਰ ਫੋਟੋਆਂ ਨੇ, ਆਪਾਂ ਉੱਥੇ ਇਹ ਗੱਲ ਕਹਿੰਦੇ ਆ ਕਿ ਇਹ ਬਿਲਕੁਲ ਬੇਕਾਰ ਫੋਟੋਆਂ ਨੇ, ਇਹਨਾਂ ਫੋਟੋਆਂ ਦੇ ਨਾਲ ਤਾਂ ਇੱਥੋਂ ਤੱਕ ਕਿ ਮੈਂ ਵੀ ਇਹਨਾਂ ਤੋਂ ਵਧੀਆ ਫੋਟੋਆਂ ਜਿਹੜੀਆਂ ਉਹ ਕਲਿੱਕ ਕਰ ਸਕਦਾ, ਹਾਲਾਂਕਿ ਮੈਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਨਹੀਂ ਹੈਗਾ, ਤਾਂ ਵੀ ਮੈਂ ਇਹਨਾਂ ਫੋਟੋਆਂ ਤੋਂ ਵਧੀਆ ਫੋਟੋਜ਼ ਨੇ ਜਿਹੜੀਆਂ ਉਹ ਕਲਿੱਕ ਕਰ ਸਕਦਾ। ਤਾਂ ਕਰਕੇ ਇੱਥੇ ਆਪਾਂ ਈਵਨ ਦਾ ਯੂਜ਼ ਕੀਤਾ। ਅਗਲੀ ਐਗਜ਼ਾਮਪਲ ਦੇਖੋ, ਹੀ ਆਲਵੇਜ਼ ਵੀਅਰਸ ਅ ਕੋਟ, ਆਪਾਂ ਕਿਸੇ ਦੀ ਗੱਲ ਕਰ ਰਹੇ ਹਾਂ ਥਰਡ ਪਰਸਨ ਦੀ। ਹੀ ਆਲਵੇਜ਼ ਵੀਅਰਸ ਅ ਕੋਟ, ਉਹ ਕਹਿੰਦੇ ਹਮੇਸ਼ਾ ਕੋਟ ਹੈ ਜਿਹੜਾ ਉਹ ਪਾ ਕੇ ਰੱਖਦਾ। ਕੋਈ ਬੰਦਾ ਹੈ, ਉਹ ਕਹਿੰਦੇ ਹਮੇਸ਼ਾ ਕੋਟ ਪਾ ਕੇ ਰੱਖਦਾ ਹੈ, ਈਵਨ ਇਨ ਹੌਟ ਵੈਦਰ। ਈਵਨ ਇਨ ਹੌਟ ਵੈਦਰ, ਇੱਥੋਂ ਤੱਕ ਕਿ ਗਰਮੀ ਦੇ ਮੌਸਮ ਦੇ ਵਿੱਚ ਵੀ। ਹੁਣ ਇਹ ਸਿਚੁਏਸ਼ਨ ਹੈ ਜਿਹੜੀ ਆਪਾਂ ਨੂੰ ਅਨਯੂਜ਼ੂਅਲ ਲੱਗੀ, ਹੈ ਨਾ, ਐਂਡ ਸਰਪ੍ਰਾਈਜ਼ਿੰਗ ਲੱਗੀ ਕਿ ਗਰਮੀਆਂ ਦੇ ਵਿੱਚ ਕੋਟ ਕੌਣ ਪਾਉਂਦਾ, ਤਾਂ ਕਰਕੇ ਇੱਥੇ ਆਪਾਂ ਈਵਨ ਦਾ ਯੂਜ਼ ਕੀਤਾ, ਹੈ ਨਾ। ਹੀ ਆਲਵੇਜ਼ ਵੀਅਰਸ ਅ ਕੋਟ, ਉਹ ਹਮੇਸ਼ਾ ਕੋਟ ਪਾ ਕੇ ਰੱਖਦਾ, ਈਵਨ ਇੱਥੋਂ ਤੱਕ ਕਿ ਇਨ ਹੌਟ ਵੈਦਰ, ਗਰਮੀਆਂ ਦੇ ਮੌਸਮ ਦੇ ਵਿੱਚ ਵੀ ਉਹ ਕੋਟ ਆ ਜਿਹੜਾ ਪਾਈ ਰੱਖਦਾ।
ਤਾਂ ਅਜਿਹੀ ਕੰਡੀਸ਼ਨ ਦੇ ਵਿੱਚ ਜਦੋਂ ਆਪਾਂ ਨੂੰ ਸਰਪ੍ਰਾਈਜ਼ ਹੋਈ ਆਪਾਂ ਜਾਂ ਫਿਰ ਅਨਯੂਜੂਅਲ ਕੰਡੀਸ਼ਨ ਹੋਵੇ ਤਾਂ ਉੱਥੇ ਆਪਾਂ ਈਵਨ ਦਾ ਯੂਜ਼ ਕਰ ਸਕਦੇ ਹਾਂ। ਇੱਥੇ ਵੀ ਅਨਯੂਜੂਅਲ ਕੰਡੀਸ਼ਨ ਸੀ ਵੀ ਇਹ ਫੋਟੋਆਂ ਜਿਹੜੀਆਂ ਕਿਹਨੇ ਕਲਿੱਕ ਕੀਤੀਆਂ ਨੇ, ਆਪਾਂ ਸਰਪ੍ਰਾਈਜ਼ ਹੋਏ ਵੀ ਇਹਨਾਂ ਤੋਂ ਵਧੀਆ ਤਾਂ ਇੱਥੋਂ ਤੱਕ ਮੈਂ ਵੀ ਫੋਟੋ ਖਿੱਚ ਸਕਦਾ, ਤਾਂ ਕਰਕੇ ਆਪਾਂ ਈਵਨ ਦਾ ਯੂਜ਼ ਕੀਤਾ। ਪਹਿਲਾ ਪੁਆਇੰਟ ਆਈ ਹੋਪ ਕਿ ਤੁਹਾਡੇ ਸਮਝ ਆ ਗਿਆ ਜਦੋਂ ਸਰਪ੍ਰਾਈਜ਼ ਹੋਈ ਹੈ ਜਾਂ ਅਨਯੂਜੂਅਲ ਕੋਈ ਕੰਡੀਸ਼ਨ ਹੋਵੇ। ਅਗਲਾ ਪੁਆਇੰਟ ਦੇਖੋ, ਯੂ ਕੈਨ ਯੂਜ਼ ਈਵਨ, ਤੁਸੀਂ ਈਵਨ ਦਾ ਯੂਜ਼ ਕਰ ਸਕਦੇ ਹੋ ਵਿਦ ਦਾ ਵਰਬ ਇਨ ਦਾ ਮਿਡਲ ਆਫ ਅ ਸੈਂਟੈਂਸ। ਅੱਗੇ ਲਿਖਿਆ ਸੀ ਯੂਨਿਟ 110। ਜਿਸ ਤਰ੍ਹਾਂ ਆਪਾਂ 110 ਨੰਬਰ ਯੂਨਿਟ ਦੇ ਵਿੱਚ ਜਿਹੜੇ ਐਡਵਰਬਸ ਨੇ ਉਹਨਾਂ ਦਾ ਆਪਾਂ ਯੂਜ਼ ਕਰਦੇ ਸੀ ਸੈਂਟੈਂਸ ਦੇ ਮਿਡਲ ਦੇ ਵਿੱਚ। ਮਿਡਲ ਦੇ ਵਿੱਚ ਮਤਲਬ ਕਿ ਮੇਨ ਵਰਬ ਤੋਂ ਜਸਟ ਅੱਗੇ, ਮੇਨ ਵਰਬ ਤੋਂ ਅੱਗੇ, ਤਾਂ ਆਪਾਂ ਈਵਨ ਦਾ ਯੂਜ਼ ਇੱਕ ਸੈਂਟੈਂਸ ਦੇ ਵਿੱਚ ਜਿਹੜੀ ਮੇਨ ਵਰਬ ਹੈ ਉਸ ਤੋਂ ਆਪਾਂ ਅੱਗੇ ਯੂਜ਼ ਕਰ ਸਕਦੇ ਹਾਂ। ਵਿਦ ਦਾ ਵਰਬ, ਅਸੀਂ ਵਰਬ ਦੇ ਨਾਲ ਉਸ ਦਾ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਐਗਜ਼ਾਮਪਲ ਦੇਖੋ, ਬਟ ਮੀਨਿੰਗ ਸੇਮ ਉਹੀ ਹੋਏਗਾ ਈਵਨ ਦਾ, ਮੀਨਿੰਗ ਇੱਥੋਂ ਤੱਕ ਕਿ ਮਤਲਬ ਸਰਪ੍ਰਾਈਜ਼ ਹੋਣ ਵਾਲਾ ਹੈ ਨਾ। ਦੇਖੋ, ਦੇ ਆਰ ਵੈਰੀ ਰਿਚ, ਕਹਿੰਦੇ ਉਹ ਬਹੁਤ ਜ਼ਿਆਦਾ ਅਮੀਰ ਹਨ। ਦੇ ਈਵਨ ਹੈਵ, ਦੇ ਈਵਨ ਹੈਵ, ਇੱਥੇ ਜਿਹੜੀ ਹੈਵ ਹੈ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ, ਇੱਥੇ ਮੇਨ ਵਰਬ ਹੈ। ਜੇਕਰ ਹੈਵ ਦੇ ਨਾਲ ਅੱਗੇ ਕੋਈ ਥਰਡ ਫਾਰਮ ਹੋਰ ਹੁੰਦੀ ਫਿਰ ਇਹ ਹੈਲਪਿੰਗ ਵਰਬ ਹੁੰਦਾ। ਇੱਥੇ ਹੈਵ, ਹੈਡ, ਹੈਡ ਵਰਬ ਦੀ ਫਾਰਮ ਹੈ, ਕੋਲ ਹੋਣਾ। ਇਹ ਹੈਵ ਹੈ ਜਿਹੜੀ ਵਰਬ ਦੀ ਫਾਰਮ ਹੈ, ਵਰਬ ਦੀ ਫਾਰਮ ਦੇ ਨਾਲ ਈਵਨ ਦਾ ਯੂਜ਼ ਕੀਤਾ ਹੈ। ਦੁਬਾਰਾ ਪੜੋ, ਦੇ ਆਰ ਵੈਰੀ ਰਿਚ, ਉਹ ਬਹੁਤ ਜ਼ਿਆਦਾ ਅਮੀਰ ਹਨ। ਦੇ ਈਵਨ ਹੈਵ ਦੇਅਰ ਔਨ ਪ੍ਰਾਈਵੇਟ ਜੈਟ, ਇੱਥੋਂ ਤੱਕ ਕਿ ਉਹਨਾਂ ਕੋਲ ਆਪਣਾ ਪ੍ਰਾਈਵੇਟ ਜੈਟ, ਆਪਣਾ ਇੱਕ ਪ੍ਰਾਈਵੇਟ ਜਹਾਜ਼ ਹੈ ਜਿਹੜਾ ਉਹਨਾਂ ਕੋਲ ਹੈਗਾ। ਦੇਖੋ ਆਪਾਂ ਇੱਥੇ ਈਵਨ ਦਾ ਯੂਜ਼ ਕੀਤਾ। ਆਈ ਹੋਪ ਕਿ ਸਮਝ ਗਏ ਈਵਨ ਦਾ ਯੂਜ਼ ਆਪਾਂ ਕਿਵੇਂ ਕਰਦੇ ਹਾਂ। ਇੱਥੋਂ ਤੱਕ ਕਿ ਜਦੋਂ ਆਪਾਂ ਹੈਰਾਨ ਹੋਈਏ, ਇੱਥੇ ਵੀ ਹੈਰਾਨ ਹੁੰਦੇ ਆ ਵੀ ਇੰਨੇ ਜ਼ਿਆਦਾ ਅਮੀਰ ਨੇ, ਇੱਥੋਂ ਤੱਕ ਕਿ ਉਹਨਾਂ ਕੋਲ ਆਪਣਾ ਹੀ ਇੱਕ ਜਹਾਜ਼ ਹੈ, ਪ੍ਰਾਈਵੇਟ ਜਹਾਜ਼ ਹੈਗਾ ਆਪਣਾ, ਜਿਹੜਾ ਕਿ ਹਰ ਕੋਲ ਨਹੀਂ ਹੁੰਦਾ, ਹਰ ਇੱਕ ਕੋਲ। ਠੀਕ ਹੈ, ਇਹ ਚੀਜ਼ ਸਮਝ ਆ ਗਈ। ਅਗਲਾ ਪੁਆਇੰਟ ਦੇਖੋ, ਵੀ ਯੂਜ਼ ਈਵਨ, ਅਸੀਂ ਈਵਨ ਦਾ ਹੋਰ ਯੂਜ਼ ਕਿੱਥੇ ਕਰਦੇ ਹਾਂ? ਬਿਲਕੁਲ ਆਸਾਨ ਨੇ ਸਾਰੇ ਪੁਆਇੰਟ, ਯਾਦ ਕਰਦੇ ਜਾਣੇ ਨੇ। ਵੀ ਯੂਜ਼ ਈਵਨ, ਅਸੀਂ ਈਵਨ ਦਾ ਯੂਜ਼ ਕਰਦੇ ਹਾਂ ਆਫਟਰ ਅ ਨੈਗੇਟਿਵ, ਜਦੋਂ ਕਿਸੇ ਸੈਂਟੈਂਸ, ਕੋਈ ਸੈਂਟੈਂਸ ਨੈਗੇਟਿਵ ਹੋਵੇ ਤਾਂ ਆਪਾਂ ਈਵਨ ਦਾ ਯੂਜ਼ ਨੈਗੇਟਿਵ ਤੋਂ ਬਾਅਦ ਕਰਨਾ ਹੈ, ਨੋਟ ਤੋਂ ਬਾਅਦ ਕਰਨਾ ਹੈ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ ਹੈ, ਕਹਿੰਦਾ ਆਈ ਕਾਂਟ ਕੁੱਕ, ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਮੈਂ ਕੁੱਕ ਨਹੀਂ ਕਰ ਸਕਦਾ, ਮੈਨੂੰ ਖਾਣਾ ਬਣਾਉਣਾ ਨਹੀਂ ਆਉਂਦਾ। ਆਈ ਕਾਂਟ ਕੁੱਕ, ਮੈਂ ਕੁੱਕ ਨਹੀਂ ਕਰ ਸਕਦਾ। ਆਈ ਕਾਂਟ, ਦੇਖੋ ਨੈਗੇਟਿਵ ਆ ਗਿਆ ਕਾਂਟ, ਆਈ ਕਾਂਟ ਈਵਨ ਬੋਇਲ ਐਨ ਐਗ, ਇੱਥੋਂ ਤੱਕ ਕਿ ਮੈਂ ਅੰਡਾ ਵੀ ਨਹੀਂ ਉਬਾਲ ਸਕਦਾ। ਇੱਥੇ ਆਪਾਂ ਈਵਨ ਦਾ ਯੂਜ਼ ਤਾਂ ਕੀਤਾ ਹੈ ਕਿਉਂਕਿ ਇਹ ਸਰਪ੍ਰਾਈਜ਼ਿੰਗ, ਕਿਉਂਕਿ ਇਹ ਗੱਲ ਹੈ ਜਿਹੜੀ ਸਰਪ੍ਰਾਈਜ਼ ਵਾਲੀ ਹੈ ਤੇ ਅਨਯੂਜੂਅਲ ਹੈ। ਕਿਉਂਕਿ ਅੰਡੇ ਨੂੰ ਉਬਾਲਣਾ ਤਾਂ ਬਿਲਕੁਲ ਸਿੰਪਲ ਹੈ, ਪਾਣੀ ਦੇ ਵਿੱਚ ਅੰਡਾ ਸੁੱਟੋ, ਉਬਾਲੋ, ਕੋਈ ਵੀ ਉਬਾਲ ਸਕਦਾ ਹੈ। ਜਦੋਂ ਆਪਾਂ ਨੂੰ ਕੋਈ ਇਹ ਗੱਲ ਕਹੇ ਕਿ ਮੈਨੂੰ ਤਾਂ ਅੰਡਾ ਵੀ ਨਹੀਂ ਉਬਾਲਣਾ ਆਉਂਦਾ ਤਾਂ ਆਪਾਂ ਬਹੁਤ ਜ਼ਿਆਦਾ ਹੈਰਾਨ ਹੁੰਦੇ ਆ, ਸਰਪ੍ਰਾਈਜ਼ ਹੁੰਦੇ ਆ ਤੇ ਅਨਯੂਜੂਅਲ ਜੀ ਕੰਡੀਸ਼ਨ ਲੱਗਦੀ ਹੈ ਸੁਣਨ ਨੂੰ। ਇਹ ਗੱਲ ਵਿਸ਼ਵਾਸਯੋਗ ਨਹੀਂ ਹੈਗੀ ਕਿ ਤੈਨੂੰ ਅੰਡਾ ਵੀ ਨਹੀਂ ਉਬਾਲਣਾ ਆਉਂਦਾ, ਤਾਂ ਕਰਕੇ ਆਪਾਂ ਈਵਨ ਦਾ ਯੂਜ਼ ਕੀਤਾ ਹੈ। ਕਹਿੰਦਾ ਆਈ ਕਾਂਟ ਕੁੱਕ, ਮੈਂ ਕੁੱਕ ਨਹੀਂ ਕਰ ਸਕਦਾ। ਆਈ ਕਾਂਟ ਈਵਨ ਬੋਇਲ ਅ ਐਗ, ਇੱਥੋਂ ਤੱਕ ਕਿ ਮੈਂ ਅੰਡਾ ਵੀ ਨਹੀਂ ਉਬਾਲ ਸਕਦਾ, ਇੱਥੋਂ ਤੱਕ ਕਿ ਮੈਂ ਅੰਡਾ ਵੀ ਨਹੀਂ ਉਬਾਲ ਸਕਦਾ। ਤੇ ਨੈਗੇਟਿਵ ਤੋਂ ਆਪਾਂ ਨੇ ਬਾਅਦ ਈਵਨ ਦਾ ਯੂਜ਼ ਕਰਨਾ, ਇਹ ਗੱਲ ਤੁਸੀਂ ਨੇ ਯਾਦ ਰੱਖਣੀ ਹੈ। ਅਗਲਾ ਪੁਆਇੰਟ ਆ ਜਾਓ, ਯੂ ਕੈਨ ਯੂਜ਼ ਈਵਨ ਪਲੱਸ ਕੰਪੈਰੇਟਿਵ। ਆਪਾਂ ਜਦੋਂ ਪਹਿਲਾਂ ਵੀ ਆਪਾਂ ਨੇ ਸੈਂਟੈਂਸ ਕੀਤੇ ਨੇ, ਜਦੋਂ ਆਪਾਂ ਕਿਸੇ ਇੱਕ ਚੀਜ਼ ਦਾ ਜਾਂ ਕਿਸੇ ਇੱਕ ਪਰਸਨ ਦਾ ਕਿਸੇ ਦੂਸਰੀ ਚੀਜ਼ ਨਾਲ ਜਾਂ ਫਿਰ ਕਿਸੇ ਦੂਸਰੇ ਪਰਸਨ ਦੇ ਨਾਲ ਕੰਪੇਅਰ ਕਰਦੇ ਹਾਂ, ਆਪਾਂ ਉੱਥੇ ਕੰਪੈਰੇਟਿਵ ਡਿਗਰੀ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਚੀਪਰ, ਜਿਸ ਤਰ੍ਹਾਂ ਬੈਟਰ ਆ ਗਿਆ, ਗੁੱਡ, ਬੈਟਰ, ਬੈਸਟ, ਤਾਂ ਬੈਟਰ ਦਾ ਯੂਜ਼ ਕਰਦੇ ਹਾਂ। ਇਸੇ ਤਰ੍ਹਾਂ ਜਿਵੇਂ ਹੈਪੀ ਹੈ, ਹੈਪੀ, ਹੈਪੀਅਰ, ਹੈਪੀਐਸਟ, ਤਾਂ ਆਪਾਂ ਹੈਪੀਅਰ ਦਾ ਯੂਜ਼ ਕਰਦਾ ਜਦੋਂ ਕਿਸੇ ਨਾਲ ਕੰਪੇਅਰ ਕਰਨਾ ਹੋਵੇ। ਉਹ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਕਰ ਚੁੱਕੇ ਹਾਂ। ਔਰ ਕੁਝ ਕੁ ਐਡਜੈਕਟਿਵਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨਾਲ ਆਪਾਂ ER ਤੇ EST ਨਹੀਂ ਲਗਾ ਸਕਦੇ, ਤਾਂ ਉਹਨਾਂ ਦੇ ਨਾਲ ਆਪਾਂ ਅੱਗੇ ਮੋਰ ਜਾਂ ਮੋਸਟ ਲਾਉਣੇ ਆ। ਕੰਪੈਰੇਟਿਵ ਡਿਗਰੀ ਦੇ ਵਿੱਚ ਅੱਗੇ ਮੋਰ ਲੱਗਦਾ। ਜਿਸ ਤਰ੍ਹਾਂ ਐਕਸਪੈਂਸਿਵ ਹੈ ਤਾਂ ਆਪਾਂ ਮੋਰ ਐਕਸਪੈਂਸਿਵ ਕਹਾਂਗੇ, ਬਿਊਟੀਫੁਲ ਹੈ ਤਾਂ ਆਪਾਂ ਮੋਰ ਬਿਊਟੀਫੁਲ ਕਹਾਂਗੇ। ਹੁਣ ਜਦੋਂ ਆਪਾਂ ਕਿਸੇ ਇੱਕ ਪਰਸਨ ਦਾ, ਇੱਕ ਚੀਜ਼ ਦਾ ਕਿਸੇ ਦੂਸਰੇ ਪਰਸਨ ਜਾਂ ਕਿਸੇ ਚੀਜ਼ ਨਾਲ ਕੰਪੇਅਰ ਕਰਦੇ ਹਾਂ, ਆਪਾਂ ਸਿੰਪਲੀ ਕੰਪੈਰੇਟਿਵ ਡਿਗਰੀ ਲਗਾ ਕੇ ਕੰਪੇਅਰ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਬਟ ਜੇਕਰ ਆਪਾਂ ਚਾਹੀਏ ਕੰਪੈਰੇਟਿਵ ਡਿਗਰੀ ਤੋਂ ਜਸਟ ਪਹਿਲਾਂ ਆਪਾਂ ਈਵਨ ਦਾ ਯੂਜ਼ ਵੀ ਕਰ ਸਕਦੇ ਹਾਂ। ਜਿਵੇਂ ਦੇਖੋ ਮੈਂ ਤੁਹਾਨੂੰ ਬੋਲ ਕੇ ਹੀ ਇੱਕ ਐਗਜ਼ਾਮਪਲ ਦੱਸਦਾ, ਤੁਸੀਂ ਰਜਿਸਟਰ ਤੇ ਲਿਖ ਲੈਣੀ ਹੈ। ਆਪਾਂ ਕਿਸੇ ਨੂੰ ਕਹੀਏ ਆਈ ਐਮ ਗੁੱਡ ਬਟ ਹੀ ਇਜ਼ ਬੈਟਰ, ਤਾਂ ਇਸ ਦਾ ਮਤਲਬ ਕੀ ਹੋਇਆ? ਆਪਾਂ ਕਹਿ ਰਹੇ ਹਾਂ ਕਿ ਮੈਂ ਵਧੀਆ, ਆਈ ਐਮ ਗੁੱਡ ਬਟ ਹੀ ਇਜ਼ ਬੈਟਰ, ਪਰ ਹੀ ਇਜ਼ ਬੈਟਰ ਮਤਲਬ ਕਿ ਉਹ ਮੇਰੇ ਤੋਂ ਜ਼ਿਆਦਾ ਵਧੀਆ। ਜਿਵੇਂ ਗੁੱਡ, ਗੁੱਡ ਦੀ ਫਾਰਮ ਹੋ ਗਈ ਬੈਟਰ, ਗੁੱਡ ਬੈਟਰ। ਆਪਾਂ ਕੰਪੈਰੇਟਿਵ ਡਿਗਰੀ ਯੂਜ਼ ਕੀਤੀ ਕਿ ਮੈਂ ਤਾਂ ਵਧੀਆ, ਮੈਂ ਗੁੱਡਾ, ਪਰ ਉਹ ਬੈਟਰ ਹੈ, ਮਤਲਬ ਕਿ ਮੇਰੇ ਤੋਂ ਜ਼ਿਆਦਾ ਵਧੀਆ ਹੈ। ਬੈਟਰ ਤੋਂ ਅੱਗੇ ਆਪਾਂ ਦੈਨ ਮੀ ਵੀ ਆਪਾਂ ਲਗਾ ਸਕਦੇ ਹਾਂ। ਅੱਗੇ ਆਪਾਂ ਇਹ ਵੀ ਕਹਿ ਸਕਦੇ ਹਾਂ ਆਈ ਐਮ ਗੁੱਡ ਬਟ ਹੀ ਇਜ਼ ਬੈਟਰ ਦੈਨ ਮੀ। ਹੁਣ ਜੇਕਰ ਆਪਾਂ ਚਾਹੀਏ ਜਿਹੜਾ ਆਪਾਂ ਬੈਟਰ ਲਗਾਇਆ ਜਿੱਥੇ ਕੰਪੈਰੇਟਿਵ ਡਿਗਰੀ ਬੈਟਰ, ਤਾਂ ਬੈਟਰ ਤੋਂ ਪਹਿਲਾਂ ਆਪਾਂ ਈਵਨ ਦਾ ਯੂਜ਼ ਕਰ ਸਕਦੇ ਹਾਂ। ਆਪਾਂ ਕਹਿ ਸਕਦੇ ਹਾਂ ਆਈ ਐਮ ਗੁੱਡ ਬਟ ਹੀ ਇਜ਼ ਈਵਨ ਬੈਟਰ, ਤਾਂ ਆਪਾਂ ਇਹ ਚੀਜ਼ ਕਹਿ ਸਕਦੇ ਹਾਂ। ਦੇਖੋ ਐਗਜ਼ਾਮਪਲ ਵੀ ਆਪਣੇ ਕੋਲ, ਕਹਿੰਦਾ ਆਈ ਗॉट ਵੈਰੀ अर्ਲੀ,
मैं कहते बहुत जल्दी उठता है ना, मैं बहुत जल्दी उठा है ना, आई गॉट अप वेरी अर्ली, मैं बहुत जल्दी संदेहा उठा, बट जैक गॉट अप ईवन अर्लीयर, पर जैक मेरे तो भी जल्दी उठ खड़िया। एक कंपेयर किया गया कि मैं जल्दी उठा पर जैक है जो मेरे तो भी जल्दी उठा, मतलब हुण कंपेयर कर रहे हैं अपने नाल कि जैक दा अपने नाल कंपेयर कर रहा है, मैं जल्दी उठा जैक मेरे तो भी जल्दी उठा। जेकर आप इत्थे चाहिए ईवन दा यूज आप नहीं भी करांगे तो कोई प्रॉब्लम नहीं, सेंटेंस राइट होगा। आई गॉट अप वेरी अर्ली बट जैक गॉट अप अर्लीयर, तां भी बिल्कुल ठीक है। बट आप कंपैरेटिव डिग्री तो पहला आप ईवन दा जिहड़ा यूज है आप कर सकते हैं, कोई प्रॉब्लम नहीं। ये चीज़ तुहानूं याद होनी चाहिए, रजिस्टर के उपर तुसीं ने लिख लैनी है। और अगला जिहड़ा पॉइंट है ईवन दो, ईवन वैन, ईवन इफ, ये जिहड़े तिनों ने है ना, ईवन, ईवन दो, ईवन मतलब ईवन दे नाल दो दा यूज करके, वैन दा, इफ दा, ये आपां सब तो लास्ट है जिहड़ी अपनी एक्सरसाइज करांगे। जदों आपां एक्सरसाइज करांगे इस दा यूज कदों करना आपां उस दे विच ही तुहानूं समझावांगे। फिलहाल तुसीं ये वाले रूल्स याद रखने ने। ईवन का यूज आप कदों करना है, जदों आप सरप्राइज होईए या फिर अनयूजल आपां नूं कंडीशन लगे। आपां ईवन का यूज मेन वर्ब तो पहला भी कर सकते हैं सेंटेंस के मिडल दे विच, और नैगेटिव तो आपने ईवन का जिहड़ा यूज है वो नैगेटिव तो बाद करना है। सो ये सारे रूल्स ने जिहड़े तुसीं अपने रजिस्टर के उपर लिख के रखने ने। एंड हुण अपनी इस यूनिट की एक्सरसाइज है जिहड़ी वो आपां करन लगे हां। फस्ट एक्सरसाइज आपने नहीं करनी, आप सिर्फ एग्जाम्स के लिए करनी है। सैकेंड आप करांगे, सैकेंड दे विच देखो आपने की करना है, मेक सेंटेंसेस विद ईवन। आपने जिहड़े सेंटेंसेस ने ईवन दे नाल सेंटेंसेस ने जिहड़े आपने बनाउणे ने, मतलब कि इन्होंने आपां नूं पहलां देखो सेंटेंसेस दिते हुए ने, ब्रैकेट दे विच एंड ते आपां नूं जिहड़े वर्ड्स ने इन्होंने हर एक सेंटेंस के अंत ते आपां नूं शब्द दिते गए ने, उन्हां शब्दां दा यूज करके अगे आपां ने एक होर सेंटेंस बनाउणा है ईवन दे नाल। ठीक है, बनाना किस तरह है, बिल्कुल ईजी है। इस तरह अगले करने ने, देखो किवें बनाना है। पहले दे विच इन्होंने देखो एक सेंटेंस दिता है, आपां ने तुसीं आ स्ट्रक्चर जिहड़ा तुसीं ने उधर बनाना है, ये पहले दा फस्ट वाले दा उपरले दा, ये आपां ने सैकेंड वाले च बनाना है। सब तो पहला तुसीं सब्जैक्ट का यूज करोगे, फिर हैल्पिंग वर्ब, फिर ईवन का यूज करोगे, फिर मेन वर्ब। मेन वर्ब तो पहला आपां ईवन का यूज करना है, उस तो बाद प्लस ऑब्जैक्ट। ये मैं खाली छड्डिया होया है, जेकर ऑब्जैक्ट आपां नूं इन्ना इसे दे विचों ही लेना पै गया मेन ऑब्जैक्ट, फिर तो इत्थे ऑब्जैक्ट आएगा, उस तो बाद फिर ब्रैकेट वाला आएगा। कई बार की हुंदा इन्हां सेंटेंसेस दे विच जिहड़ा आपां नूं ब्रैकेट दे विच इन्हां ने शब्द दिते गए ने ब्रैकेट दे विच, ਉਹੀ अपनी इस मेन वर्ब का ऑब्जैक्ट होगा। मैं दोबारा समझाउणा, ये मैं खाली जगह क्यों छड्डी, ध्यान नाल देखो सुनना है। सब्जैक्ट पहला आएगा जो आप बनावांगे, बिल्कुल ईजी है, जो सब्जैक्ट इन्होंने दिता है वही सब्जैक्ट आएगा। हैल्पिंग वर्ब जो इधर हैल्पिंग वर्ब यूज होया वही हैल्पिंग वर्ब आपने यूज करना है। उस तो बाद अपने ईवन का यूज करना है, उस तो बाद आपने मेन वर्ब का यूज करना है। जेकर किसी सेंटेंस दे विच नहीं हैगी मेन वर्ब, फिर आप ईवन तो बाद अगे जो चीज़ आएगी आप डायरैक्ट वो लिखांगे, है ना, वो भी एग्जाम्पल आएगी तो पता चल जाएगा। जेकर मेन वर्ब है फिर आप मेन वर्ब का यूज करना है, प्लस प्लस उस तो बाद इत्थे ऑब्जैक्ट आएगा, है ना, ऑब्जैक्ट। हुण कई बार इस तरह हो सकता है इन्हां सेंटेंसेस दे विच कि जिहड़ा इन्हां ने आपां नूं ब्रैकेट दे विच कोई शब्द दिता है, हो सकता है वो ऑब्जैक्ट ना होवे, अदर वर्ड मतलब कुछ भी हो सकता है, ऑब्जैक्ट नहीं हो सकता। तो हो सकता है मेन वर्ब तो बाद जिहड़ा ऑब्जैक्ट आऊगा वो आपां नूं इसे सेंटेंस दे विचों ऑब्जैक्ट लेना पै जे, और उस तो बाद ब्रैकेट वाला आपां एंड दे उपर लिख दांगे। जां फिर हो सकता है जिहड़ा ब्रैकेट दे विच दिता है इस अपनी वर्ब दा ਉਹੀ ਜਿਹੜਾ शब्द है ਉਹੀ ਇੱਥੇ एज एन ऑब्जेक्ट है ਜਿਹੜਾ अपना ਇੱਥੇ आ जाएगा। ठीक है, जिस तरह देखो फस्ट बनाने, देखो सुई हैज़ बीन ऑल ओवर द वर्ल्ड। सुई नाम है किसी लेडी का, ठीक है। सुई हैज़ बीन ऑल ओवर द वर्ल्ड मतलब ਜਿਹੜੀ सुई है वो ऑल ओवर द वर्ल्ड मतलब जाके आ चुकी है। हैज़ बीन का मतलब होंदा है मतलब किसी जगह ते जाके आना, मतलब हर एक सारे वर्ल्ड दे विच जा आई, जिहड़ी सूई है सारे वर्ल्ड दे विच जा आई, घूम आई। उस तो बाद ब्रैकेट दे विच देता द एंटार्कटिक, ये जगह का नाम है द एंटार्कटिक। हुण आपां ने की गल कहनी है, इन्हां ने पहलां कहता कि सूई सारे वर्ल्ड दे विच जाके आई है, हुण आपां कहांगे इत्थों तक के एंटार्कटिक दे विच भी जा आई। आपां ये गल कहांगे इत्थों तक की, क्योंकि आपां ईवन का यूज करना है तो आपां कहांगे इत्थों तक की अंटार्कटिक दे विच भी जा आई। हुण आपां ने की करना, सब तो पहला सुई आपां शी का यूज करांगे, आपां ऑब्जैक्ट इसका मतलब आपां प्रोनाउन यूज कर लांगे शी। उस तो बाद हैज़, है ना, आपां लावांगे हैज़, शी हैज़। उस तो बाद आपां ईवन, शी हैज़ ईवन। उस तो बाद वर्ब आपां जिहड़ी इधर दित्ती है थर्ड फॉर्म वही आ जाएगी बीन,
शी हैज़ ईवन बीन। हुण इदों बाद च देखो ਉਹ ਇੱਥੋਂ तक के जाया ही कित्थे जाया ही। हुण इत्थे अपना ये ऑब्जेक्ट के तौर पर ही आ जाएगा द अंटार्कटिक। हुण आपां इत्थे ये गल नहीं लिखांगे शी हैज़ बीन ऑल ओवर द वर्ल्ड, आपां इत्थे दोबारा नहीं लिखांगे क्योंकि ये तो आपां नूं इन्हां ने पहलां लिखता कि सुई ऑल ओवर द वर्ल्ड, सारे वर्ल्ड दे विच जाया ही। हुण आपां पूरा वर्ल्ड नहीं लिखना, आपां हुण ये लिखना है कि इत्थों तक कि वो अंटार्कटिक दे विच भी जाया ही, है ना। शी हैज़ ईवन बीन टू अंटार्कटिक, किसी जगह पर जाके आना, उत्थे आपां टू आ जिहड़ा आपां नाल लाउने आ, टू द एंटार्कटिक। ठीक है, इस तरह देखो ये आंसर आ गया। इसी तरह आप अगला देखो, अगले दे विच की कह रहा है वी पेंटेड द होल रूम, असी पूरा कमरा ठीक है पेंट करता। आपां नूं ब्रैकेट दे विच आ गया द फ्लोर, ਇਹਦਾ मतलब हुण आपां कहांगे कि इत्थों तक कि असी ने फ्लोर है जिहड़ा फर्श है वो भी पेंट करता, इत्थों तक कि असी फर्श भी पेंट करता। तो हुण आपां कहांगे वी तो इन्होंने स्टार्ट दिता है, वी तो बाद इत्थे हैगा पेंटेड, तो आपां कहांगे वी, उस तो बाद आपां लावांगे ईवन, क्योंकि हैल्पिंग वर्ब तो कोई है नहीं इत्थे, ठीक है, तो ईवन आ गया। वी ईवन पेंटेड, वी ईवन पेंटेड। हुण इत्थे आपां पेंटेड द होल रूम का आप यूज दोबारे नहीं करांगे क्योंकि इसे नाल जुड़वी गल आप कह रहे हैं। इन्हों ने आपां नूं कहा, इन्हों ने आपां नूं कहा कि असीं पूरा रूम है जिहड़ा पेंट करता, तो आपां अगे कहांगे कि इत्थों तक कि असीं ने फर्श द फ्लोर है जिहड़ा वो भी असीं ने पेंट करता, तो आपां कहांगे वी ईवन पेंटेड द फ्लोर। आई होप कि तुहानूं मेरी समझ आ रही है, समझाउण दी कोशिश तो पूरी कर रहा। आई होप कि तुसीं समझ रहे हो किस तरह करना है, ठीक है। अगला देखो, रैचल हैज़ मैट लॉट्स ऑफ फेमस पीपल। जिहड़ी रैचल है वो बहुत सारे फेमस लोगों नूं मिल चुकी है। ब्रैकेट दे विच हैगा द प्राइम मिनिस्टर। हुण आपां कहांगे इत्थों तक कि वो प्राइम मिनिस्टर नूं भी मिल चुकी है, तो आपां कहांगे शी हैज़, हेल्पिंग वर्ब आएगा शी हैज़ ईवन, शी हैज़ ईवन वर्ब मैट, शी हैज़ ईवन मैट। हुण लॉट्स ऑफ पीपल तो आपां इन्हां ने कहा सी कि बहुत सारे लोगों को मिल चुकी है, आपां तां इह गल कह रहे हैं कि इत्थों तक के प्राइम मिनिस्टर नूं भी मिल चुकी है। शी हैज़ ईवन मैट, इत्थों तक कि वो मिल चुकी है, किस नूं मिल चुकी है, देखो ऑब्जेक्ट के तौर पर द प्राइम मिनिस्टर, इत्थे आ जाएगा द प्राइम मिनिस्टर। जेकर समझ नहीं आ रही तो बस मैं बोल रहा, समझ लो, जगह घट होंदी है, कई बार लिखा नहीं जाता पूरा। शी हैज़ ईवन मैट द प्राइम मिनिस्टर। फोर्थ देखो, यू कुड हीयर द नॉइस, यू कुड हीयर द नॉइस, तुसी मतलब आवाज़ है जिहड़ा कहंदे सुन सकदे सी, फ्रॉम अ लॉन्ग वे अवे, बहुत दूर तक तुसी आवाज़ है जिहड़ी उसनूं सुन सकदे सी। अगे की हैगा फ्रॉम द नैक्सट स्ट्रीट, मतलब अगली गली तो भी, मतलब इस तो जी अगली गली है उस तो भी, ठीक है। हुण आपां अगे की कहांगे यू, अगे कुड आ गया हीयर, हेल्पिंग वर्ब मेन वर्ब, तो आपां यू इत्थे बना रहे आपां, यू तो बाद कुड, यू कुड ईवन हीयर। हुण जेकर इत्थे तुसीं देखो, जे आपां डायरैक्ट इस तरह लिख दिंदे आ यू कुड ईवन हीयर फ्रॉम द नैक्सट स्ट्रीट, फिर आपां नूं ये गल नहीं पता चलती कि यू कुड ईवन हीयर तुसीं सुन सकदे सी फ्रॉम द नैक्सट स्ट्रीट, अगली गली तो। हुण आपां नूं ये गल नहीं पता चलती कि की सुन सकदे सी, आपां ने वो चीज़ भी दसनी है की सुन सकदे सी, तां करके आपां नूं द नॉइस है जिहड़ी ओह लगाउणी पएगी, द नॉइस। अगे आ चीज़ लगाउण दी जरूरत नहीं, फ्रॉम अ लॉन्ग वे अवे, इहदी जगह ते आपां कहांगे इत्थों तक के फ्रॉम द नैक्सट स्ट्रीट, फ्रॉम द नेक्स्ट स्ट्रीट, क्योंकि है बहुत आसान ने ये सेंटेंस, थोड़े हो सकता है पजलिंग हो सकते हैं, थोनों जिहड़ी है पजलनैस हो सकती है तुहाडे दिमाग दे विच, इसलिए थोड़ा जिहा दिमाग दे नाल तुसीं समझ के करने ने। हुण इस तो अगले जिहड़े 4 ने 5 ने, इन्हां दे विच आपां ने की करना, इन द फॉलोइंग सेंटेंसेस यू हैव टू यूज नॉट ईवन। हुण आपां नैगेटिव बनाउणा है, तो नैगेटिव मैं तुहानूं दस्सिया सी नॉट तो बाद आपां ईवन का यूज करना है, ये भी बिल्कुल आसान ने। आ स्ट्रक्चर बनाओ, पहला सब्जैक्ट लाओ, फिर नैगेटिव, मतलब जो भी नैगेटिव है ना, फिर नैगेटिव लाओ, फिर ईवन,
ਫਿਰ ਵਰਬ ਦੀ ਫਾਰਮ ਬ੍ਰੈਕਟ ਦੇ ਵਿੱਚ ਹੈ, ਜੇਕਰ ਹੈਗੀ ਹੈ ਤਾਂ ਲਗਾ ਦਿਓ, ਮੇਨ ਫਾਰਮ ਨਹੀਂ ਹੈਗੀ ਤਾਂ ਨਾ ਲਗਾਓ, ਕੋਈ ਪ੍ਰੋਬਲਮ ਨਹੀਂ। ਉਸ ਤੋਂ ਬਾਅਦ ਸਿੱਧਾ ਬ੍ਰੈਕਟ ਵਾਲਾ ਆ ਜਾਏਗਾ। ਉਸ ਤੋਂ ਬਾਅਦ ਵਰਬ ਦੇ ਨਾਲ ਜੇਕਰ ਆਬਜੈਕਟ ਹੈਗਾ, ਆਪਾਂ ਨੂੰ ਇੱਥੋਂ ਲੈਣਾ ਪੈ ਰਿਹਾ, ਜਿਸ ਤਰ੍ਹਾਂ ਇਸ ਸੈਂਟੈਂਸ ਦੇ ਵਿੱਚ ਆਪਾਂ ਨੂੰ ਜਿਹੜਾ ਬ੍ਰੈਕਟ ਦੇ ਵਿੱਚ ਹੈ ਉਹ ਇੱਕ ਐਜ਼ ਐਨ ਆਬਜੈਕਟ ਇੱਥੇ ਨਹੀਂ ਸੀਗਾ, ਐਜ਼ ਐਨ ਆਬਜੈਕਟ ਇਹ ਸੀਗਾ, ਤਾਂ ਕਰਕੇ ਆਪਾਂ ਨੇ ਮੇਨ ਵਰਬ ਦੇ ਨਾਲ ਹੀਅਰ ਦੇ ਨਾਲ ਦ ਨੋਇਸ ਆਪਾਂ ਨੇ ਲਗਾਇਆ, ਉਸ ਤੋਂ ਬਾਅਦ ਫਿਰ ਬ੍ਰੈਕਟ ਵਾਲਾ ਲਗਾਇਆ। ਬਟ ਇਹਨਾਂ ਦੇ ਵਿੱਚ ਰੈਚਲ ਹੈਜ਼ ਮੈਟ, ਰੈਚਲ ਮਿਲੀ, ਕਿਸ ਨੂੰ ਮਿਲੀ? ਦ ਪ੍ਰਾਈਮ ਮਿਨਿਸਟਰ। ਇੱਥੇ ਆਪਾਂ ਨੂੰ ਆਬਜੈਕਟ ਲਾਉਣ ਦੀ ਜ਼ਰੂਰਤ ਨਹੀਂ ਸੀ, ਠੀਕ ਹੈ। ਤਾਂ ਇਸੇ ਤਰ੍ਹਾਂ ਇਹਨਾਂ ਵਿੱਚ ਕਰਨਾ, ਉਸ ਤੋਂ ਬਾਅਦ ਬਸ ਬ੍ਰੈਕਟ ਵਾਲਾ ਲਾ ਦੇਣਾ, ਬਿਲਕੁਲ ਈਜ਼ੀ ਹੈ। ਬਸ ਨੈਗੇਟਿਵ ਤੋਂ ਬਾਅਦ ਲਗਾਉਣਾ ਹੈ, ਦੇਖੋ ਬਿਲਕੁਲ ਆਸਾਨ ਹੈ। ਦੇ ਡਿਡਨਟ ਸੇ ਐਨੀਥਿੰਗ ਟੂ ਅਸ, ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਕਿਹਾ। ਇੱਥੇ ਹੈ ਹੈਲੋ, ਇਹਦਾ ਮਤਲਬ ਹੁਣ ਆਪਾਂ ਕਹਾਂਗੇ ਇੱਥੋਂ ਤੱਕ ਕਿ ਉਹਨਾਂ ਨੇ ਸਾਨੂੰ ਹੈਲੋ ਵੀ ਨਹੀਂ ਕਿਹਾ, ਤਾਂ ਆਪਾਂ ਕਹਾਂਗੇ ਦੇ didn't even say, ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਨਹੀਂ ਕਿਹਾ, ਇੱਥੋਂ ਤੱਕ ਕਿ ਉਹਨਾਂ ਨੇ ਸਾਨੂੰ ਨਹੀਂ ਕਿਹਾ, ਕੀ ਨਹੀਂ ਕਿਹਾ? ਹੈਲੋ, ਕਿਉਂਕਿ ਇੱਥੇ ਆਪਾਂ ਇੱਥੋਂ ਤੱਕ ਦੀ ਗੱਲ ਕਰ ਰਹੇ ਹਾਂ, ਈਵਨ ਦੀ, ਇੱਥੋਂ ਤੱਕ ਕਿ ਉਹਨਾਂ ਨੇ ਸਾਨੂੰ ਨਹੀਂ ਕਿਹਾ, ਕੀ ਨਹੀਂ ਕਿਹਾ? ਹੈਲੋ। ਬਟ ਇਹਨਾਂ ਨੇ ਇਸ ਦੇ ਵਿੱਚ ਕਿਹਾ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਕਿਹਾ, ਐਨੀਥਿੰਗ ਟੂ ਅਸ, ਬਟ ਆਪਾਂ ਈਵਨ ਨਾਲ ਲਾਉਣਾ ਹੈ ਤਾਂ ਆਪਾਂ ਹੈਲੋ ਕਹਾਂਗੇ। they didn't even say hello, they didn't even say hello। ਅੱਗੇ ਛੇਵਾਂ, I can't remember anything about her। ਦੇਖੋ ਇਹ ਗੱਲ ਯਾਦ ਰੱਖਣੀ ਹੈ, I can't remember, ਇੱਥੇ ਆਬਜੈਕਟ ਇਹ ਹੈ, anything about her, ਬਟ ਇਹਨਾਂ ਨੇ ਆਪਾਂ ਨੂੰ ਦੇਤਾ her name। ਹੁਣ ਇਹਨਾਂ ਨੇ ਆਬਜੈਕਟ ਆਪਾਂ ਨੂੰ ਇਹ ਦੇਤਾ, ਇਸ ਦੀ ਜਗ੍ਹਾ ਤੇ ਆਪਾਂ ਇਸ ਦਾ ਯੂਜ਼ ਕਰਾਂਗੇ। ਇਹਨਾਂ ਨੇ ਕਿਹਾ ਮੈਂ ਉਸ ਦਾ ਜਿਹੜਾ ਨਾ, ਉਸ ਦੇ ਬਾਰੇ, ਮੈਂ ਉਸ ਦੇ ਬਾਰੇ ਕੁਝ ਵੀ ਯਾਦ ਨਹੀਂ ਰੱਖ ਸਕਦਾ। ਹਰ ਨੇਮ ਆਪਾਂ ਕਹਾਂਗੇ ਇੱਥੋਂ ਤੱਕ ਕਿ ਮੈਂ ਉਸ ਦਾ ਨਾਮ ਹੈ ਜਿਹੜਾ ਉਹ ਵੀ ਯਾਦ ਨਹੀਂ ਰੱਖ ਸਕਦਾ। ਬਿਲਕੁਲ ਸਿੰਪਲ ਹੈ। ਆਈ ਪਹਿਲਾਂ ਦਿੱਤਾ ਹੈ, ਫਿਰ ਕਾਂਟ ਨੈਗੇਟਿਵ ਆ ਜਾਏਗਾ। ਕਾਂਟ ਤੋਂ ਬਾਅਦ ਨੈਗੇਟਿਵ ਤੋਂ ਬਾਅਦ ਆਪਾਂ ਨੇ ਈਵਨ ਦਾ ਯੂਜ਼ ਕਰਨਾ ਹੈ। ਈਵਨ ਤੋਂ ਬਾਅਦ ਵਰਬ ਕੀ ਹੈ? ਰਿਮੈਂਬਰ। ਰਿਮੈਂਬਰ ਤੋਂ ਬਾਅਦ ਆਪਾਂ ਨੇ ਬ੍ਰੈਕਟ ਦੇ ਵਿੱਚ ਜੋ ਹੈ ਹਰ ਨੇਮ। ਆਈ ਹੋਪ ਕਿ ਬਿਲਕੁਲ ਆਸਾਨ ਹੋਣ ਵਾਲੇ ਨੇ, ਬਿਲਕੁਲ ਆਸਾਨੀ ਨਾਲ ਤੁਸੀਂ ਬਣਾ ਸਕਦੇ ਹੋ। ਅਗਲਾ ਸੱਤਵਾਂ, देयर इज नॉट एनीथिंग टू डू इन दिस टाउन। इस टाउन ਦੇ ਵਿੱਚ ਕੁਝ ਵੀ ਕਰਨ ਵਾਲਾ ਨਹੀਂ ਹੈ। ਸੋ ਆਪਾਂ ਦੇਖੋ ਧਿਆਨ ਨਾਲ ਬਣਾਉਣਾ ਹੈ। ਇੱਥੇ ਜਿਹੜੀ ਮੇਨ ਵਰਬ ਹੈ ਇਜ਼ ਹੀ ਹੈ। ਦੇਖੋ देयर इज नॉट ਇੱਥੇ ਨਹੀਂ ਹੈਗਾ। ਕੀ ਨਹੀਂ ਹੈਗਾ? एनीथिंग टू डू इन दिस टाउन। ਇਸ टाउन ਦੇ ਵਿੱਚ ਕੁਝ ਵੀ ਹੈ ਨਾ ਕਰਨ ਲਈ ਨਹੀਂ ਹੈਗਾ। ਬ੍ਰੈਕਟ ਦੇ ਵਿੱਚ ਦੇਤਾ ਸਿਨੇਮਾ। ਇਸ ਲਈ ਆਪਾਂ ਕਹਾਂਗੇ ਕਿ देयर इज नॉट ਇੱਥੋਂ ਤੱਕ ਕਿ ਇੱਥੇ ਸਿਨੇਮਾ ਵੀ ਨਹੀਂ ਹੈਗਾ, ਤਾਂ ਆਪਾਂ ਕਹਾਂਗੇ देयर देयर इज नॉट। ठीक है, देयर इज नॉट ईवन। हुण मेन वर्ब किते है नहीं, आपां सीधा ही आपां ऑब्जेक्ट की है देयर इज नॉट ईवन। इत्थों तक कि इत्थे की नहीं हैगा, सिनेमा भी नहीं हैगा। सिनेमा सीधा आ जाएगा सिनेमा। देयर इज नॉट ईवन अ सिनेमा। इत्थों तक कि इत्थे सिनेमा भी नहीं हैगा। इन्हां ने कहा सी देयर इज नॉट एनीथिंग टू डू इन दिस टाउन। इस टाउन दे विच कुछ भी करन लई नहीं हैगा। आपां कहता इत्थों तक कि सिनेमा भी नहीं हैगा। 8वां, ही डिडंट टेल। मेन फॉर्म आ गई टेल। ही डिडंट टेल, उसने नहीं दस्या। की नहीं दस्या? एनीबडी। उसने किसी नूं भी नहीं दस्या वेयर ही वॉज गोइंग। ये आपां एंड ते लगा सकते हैं। ਇਹ ਆਪਾਂ ਐਨੀਬਡੀ ਇੱਥੇ ਜਿਹੜਾ ਆਬਜੈਕਟ ਆਪਾਂ ਇਹ ਹਟਾ ਦਾਂਗੇ, ਇਹਦੀ ਜਗ੍ਹਾ ਤੇ ਆਪਾਂ ਹਿਜ਼ ਵਾਈਫ ਕਰ ਦਾਂਗੇ। ਦੇਖੋ ਹੀ ਡਿਡਨਟ ਟੈਲ ਐਨੀਬਡੀ, ਉਸਨੇ ਕਿਸੇ ਨੂੰ ਵੀ ਨਹੀਂ ਦੱਸਿਆ ਵੇਅਰ ਹੀ ਵਾਸ ਗੋਇੰਗ, ਕਿ ਉਹ ਕਿੱਥੇ ਜਾ ਰਿਹਾ ਸੀ। ਤਾਂ ਆਪਾਂ ਕਹਾਂਗੇ ਇੱਥੋਂ ਤੱਕ ਕਿ ਉਸਨੇ ਆਪਣੀ ਪਤਨੀ ਨੂੰ ਵੀ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਸੀ। ਤਾਂ ਆਪਾਂ ਕਹਾਂਗੇ ਹੀ didn't even tell his wife। he didn't even tell his wife। ਇੱਥੋਂ ਤੱਕ ਕਿ ਉਸਨੇ ਆਪਣੀ ਪਤਨੀ ਨੂੰ ਵੀ ਨਹੀਂ ਦੱਸਿਆ। ਜੇਕਰ ਇੱਥੇ ਹੀ ਸਟਾਪ ਕਰਨਾ ਚਾਹੋ ਇੱਥੇ ਵੀ ਕਰ ਸਕਦੇ ਹੋ। ਇਸ ਤੋਂ ਅੱਗੇ ਜੇਕਰ ਚਾਹੋ where he was going ਇਹ ਵੀ ਤੁਸੀਂ ਲਗਾ ਸਕਦੇ ਹੋ। 9ਵਾਂ, I don't know, ਕਹਿੰਦਾ ਮੈਂ ਨਹੀਂ ਜਾਣਦਾ anyone in our street। ਮੈਂ ਕਿਸੇ ਨੂੰ ਨਹੀਂ ਜਾਣਦਾ ਹੈ ਨਾ। I don't know anyone in our street, ਮੈਂ ਸਾਡੀ ਗਲੀ ਚੋਂ ਕਿਸੇ ਨੂੰ ਵੀ ਨਹੀਂ ਜਾਣਦਾ। ਤਾਂ ਬ੍ਰੈਕਟ ਦਿੱਤਾ the people next door। the people next door ਮਤਲਬ ਕਿ ਜਿਹੜੇ ਆਪਣੇ ਨਾਲ ਹੀ ਰਹਿੰਦੇ ਨੇ। ਤਾਂ ਹੁਣ ਆਪਾਂ ਕਹਾਂਗੇ ਇੱਥੋਂ ਤੱਕ ਕਿ ਮੈਂ ਉਹਨਾਂ ਨੂੰ ਵੀ ਨਹੀਂ ਜਾਣਦਾ ਜਿਹੜੇ ਸਾਡੇ ਨਾਲ ਰਹਿੰਦੇ ਨੇ। ਠੀਕ ਹੈ, ਆਈ ਦੀ ਜਗ੍ਹਾ ਤੇ ਇਹ ਕੱਟ ਕੇ ਆਪਾਂ ਆ ਜਾਏਗਾ I don't, ਤਾਂ ਇੱਥੇ ਆ ਜਾਏਗਾ I don't even know the people next door। the people
ਨੈਕਸਟ ਡੋਰ, ਬਸ ਇਹ ਦਾ ਆਨਸਰ ਆ ਜਾਏਗਾ। ਸੋ ਦੇਖੋ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੀ ਹੈ, ਹੋ ਸਕਦਾ ਕਿਤੇ ਕੋਈ ਮਾੜੀ ਮੋਟੀ ਕਮੀ ਪੇਸ਼ੀ ਰਹਿ ਗਈ ਹੋਵੇ, ਬਟ ਫਿਰ ਵੀ ਤੁਸੀਂ ਜੇਕਰ ਇੱਕ ਦੋ ਵਾਰ ਰਿਪੀਟ ਕਰਕੇ ਸੁਣੋਗੇ ਤਾਂ ਸਾਰਾ ਕੁਝ ਤੁਹਾਨੂੰ ਸਮਝ ਜਿਹੜਾ ਆਉਣਾ ਸਟਾਰਟ ਹੋ ਜਾਏਗਾ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਨੰਬਰ 2। ਐਂਡ ਅੱਗੇ ਇਸ ਦਾ ਨੈਕਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਦੇ ਹਾਂ। ਇਹ ਬਿਲਕੁਲ ਹੀ ਆਸਾਨ ਹੈ। ਇਸ ਦੇ ਵਿੱਚ ਸਿਰਫ ਕੀ ਕਰਨਾ ਹੈ, ਕੰਪਲੀਟ ਦਾ ਸੈਂਟੈਂਸਸ ਯੂਜ਼ਿੰਗ ਈਵਨ ਪਲੱਸ ਕੰਪੈਰੀਟਿਵ। ਆਪਾਂ ਨੇ ਇਹ ਸੈਂਟੈਂਸ ਨੇ ਜਿਹੜੇ ਯੂਜ਼ ਕਰਨੇ ਨੇ, ਔਰ ਜਿਹੜੀ ਆਪਣੀ ਇਹ ਇਹਨਾਂ ਨੇ ਬਲੈਂਕਸ ਦਿੱਤੇ ਨੇ ਹਰ ਇੱਕ ਸੈਂਟੈਂਸ ਤੋਂ ਬਾਅਦ, ਇੱਥੇ ਆਪਾਂ ਈਵਨ ਪਲੱਸ ਉਸ ਦੇ ਨਾਲ ਕੰਪੈਰੀਟਿਵ ਫਾਰਮ ਜਿਹੜੀ ਯੂਜ਼ ਕਰਨੀ ਹੈ। ਕੰਪੈਰੀਟਿਵ ਮਤਲਬ ਕਿ ਆਪਾਂ ਜਿਹੜਾ ਪਹਿਲਾ ਸੈਂਟੈਂਸ ਪੜਾਂਗੇ ਉਸ ਦੇ ਵਿੱਚ ਇਹਨਾਂ ਨੇ ਜੋ ਐਡਜੈਕਟਿਵ ਮੇਨ ਦਿੱਤਾ ਜਿਸ ਦੀ ਗੱਲ ਹੋ ਰਹੀ ਹੈ, ਆਪਾਂ ਪਹਿਲਾਂ ਐਡਜੈਕਟਿਵ ਦੇਖਣਾ ਹੈ ਪਹਿਲੇ ਸੈਂਟੈਂਸ ਦੇ ਵਿੱਚੋਂ, ਉਸ ਐਡਜੈਕਟਿਵ ਦੀ ਆਪਾਂ ਨੇ ਅੱਗੇ ਕੰਪੈਰੀਟਿਵ ਫਾਰਮ ਹੈ ਜਿਹੜੀ ਯੂਜ਼ ਕਰਨੀ ਹੈ ਈਵਨ ਤੋਂ ਬਾਅਦ। ਦੇਖੋ ਕਰਕੇ ਦਿਖਾਉਣਾ, ਇੱਕ ਸੈਂਟੈਂਸ ਦੇ ਨਾਲ ਹੀ ਪਤਾ ਚੱਲ ਜਾਏਗਾ। ਪਹਿਲੇ ਦੇ ਵਿੱਚ ਦੇਖੋ ਕਹਿ ਕੀ ਰਿਹਾ, ਪਹਿਲਾਂ ਤੁਸੀਂ ਨੇ ਸਾਰਾ ਪੜ੍ਹਨਾ ਕਹਿ ਕੀ ਰਿਹਾ। ਦੇਖੋ ਮੇਨ ਗੱਲ ਕਿਸ ਦੀ ਹੋ ਰਹੀ ਹੈ, ਇਹ ਕਹਿੰਦਾ ਇਟ ਵਾਜ਼ ਵੈਰੀ ਹੌਟ ਯੈਸਟਰਡੇ। ਕੱਲ ਕਹਿੰਦਾ ਬਹੁਤ ਜ਼ਿਆਦਾ ਗਰਮੀ ਸੀ, ਜਿਹੜਾ ਕੱਲ ਦਾ ਦਿਨ ਸੀਗਾ ਉਹ ਬਹੁਤ ਜ਼ਿਆਦਾ ਗਰਮ ਸੀ, ਹੌਟ ਸੀ। ਜਿਹੜਾ ਕੱਲ ਦਾ ਦਿਨ ਸੀਗਾ ਇਟ ਵਾਜ਼ ਵੈਰੀ ਹੌਟ ਯੈਸਟਰਡੇ, ਮਤਲਬ ਕਿਹੜਾ ਐਡਜੈਕਟਿਵ ਹੈ ਇੱਥੇ ਆ ਗਿਆ ਹੌਟ, ਠੀਕ ਹੈ। ਬਟ ਟੂਡੇ ਇਟਸ, ਪਰ ਅੱਜ ਕਹਿੰਦਾ ਉਸ ਤੋਂ ਵੀ ਜ਼ਿਆਦਾ ਗਰਮ ਹੈ। ਹੁਣ ਆਪਾਂ ਇਸ ਹੌਟ ਆ ਜਿਹੜਾ, ਇਸ ਹੌਟ ਦੇ ਉੱਥੇ ਆਪਾਂ ਕੰਪੈਰੀਟਿਵ ਡਿਗਰੀ ਯੂਜ਼ ਕਰਨੀ ਹੈ, ਤਾਂ ਇਸ ਦਾ ਕੰਪੈਰੀਟਿਵ ਡਿਗਰੀ ਜਿਹੜੀ ਹੁੰਦੀ ਹੈ ਹੌਟ ਦੀ ਉਹ ਹੁੰਦੀ ਹੈ ਹੌਟਰ, ਠੀਕ ਹੈ। ਆਈ ਥਿੰਕ TER ਨਾਲ ਹੋਊਗਾ। ਜੇਕਰ ਸਪੈਲਿੰਗ ਕਈ ਵਾਰ ਕੋਈ ਮਿਸਟੇਕ ਹੁੰਦਾ ਹੈ ਤਾਂ ਪਲੀਜ਼ ਤੁਸੀਂ ਠੀਕ ਕਰ ਲਿਆ ਕਰੋ, ਹੈ ਨਾ, ਬਦਲ ਨਾ ਹੋਇਆ ਕਰੋ। ਤਾਂ ਈਵਨ ਤੋਂ ਬਾਅਦ ਆਪਾਂ ਨੇ ਦੇਖੋ ਈਵਨ ਪਲੱਸ ਕੰਪੈਰੀਟਿਵ, ਈਵਨ ਤਾਂ ਆਏਗਾ ਹੀ ਆਏਗਾ, ਆਪਾਂ ਨੇ ਹੌਟ ਦਾ ਇੱਥੇ ਹੌਟਰ ਕਰਤਾ। ਸਾਰਿਆਂ ਦੇ ਵਿੱਚ ਇਸ ਤਰ੍ਹਾਂ ਕਰਨਾ ਹੈ। ਅਗਲਾ ਦੇਖੋ, ਦ ਚਰਚ ਇਜ਼ 500 ਈਅਰਸ ਓਲਡ। ਜਿਹੜੀ ਚਰਚ ਹੈ ਉਹ 500 ਸਾਲ ਪੁਰਾਣੀ ਹੈ। ਦੇਖੋ ਓਲਡ ਪੁਰਾਣੀ, ਇਹ ਇੱਥੇ ਐਡਜੈਕਟਿਵ ਆ ਗਿਆ ਨਾ ਪੁਰਾਣਾ। ਤਾਂ ਅੱਗੇ ਕੀ ਕਹਿ ਰਿਹਾ, ਬਟ ਦ ਹਾਊਸ ਨੈਕਸਟ ਟੂ ਇਟ, ਪਰ ਜਿਹੜਾ ਇਸ ਦੇ ਨਾਲ ਘਰ ਹੈ, ਤਾਂ ਹੁਣ ਆਪਾਂ ਇੱਥੇ ਕਹਿਣਾ ਕੀ ਹੈ, ਓਲਡ ਹੈ ਜਿਹੜਾ ਉਸ ਨੂੰ ਆਪਾਂ ਨੇ ਓਲਡਰ ਕਰ ਦੇਣਾ, ਕੰਪੈਰੀਟਿਵ ਫਾਰਮ ਕਰ ਦੇਣੀ ਹੈ, ਔਰ ਨਾਲ ਈਵਨ ਲਾ ਦੇਣਾ, ਈਵਨ ਓਲਡਰ। ਤਾਂ ਇਸ ਦਾ ਮੇਨ ਮਤਲਬ ਹੈ ਜਿਹੜਾ ਇਹ ਬਣ ਜਾਏਗਾ ਸੈਂਟੈਂਸ ਦਾ, ਜਿਹੜੀ ਚਰਚ ਹੈ ਉਹ 500 ਸਾਲ ਪੁਰਾਣੀ ਹੈ, ਪਰੰਤੂ ਜਿਹੜਾ ਉਸ ਦੇ ਨਾਲ ਘਰ ਹੈ ਉਹ ਉਸ ਤੋਂ ਵੀ ਜ਼ਿਆਦਾ ਪੁਰਾਣਾ ਹੈ। ਈਵਨ ਓਲਡ ਦਾ ਆਪਾਂ ਓਲਡਰ ਕਰ ਦੇਣਾ, ਠੀਕ ਹੈ। ਬਿਲਕੁਲ ਈਜ਼ੀ ਹੈ, ਆਈ ਹੋਪ ਕਿ ਸਮਝ ਰਹੇ ਹੋ। ਥਰਡ, ਦੈਟਸ ਅ ਵੈਰੀ ਗੁੱਡ ਆਈਡੀਆ। ਜਿਹੜਾ ਕਹਿੰਦਾ ਇਹ ਆਈਡੀਆ ਬਹੁਤ ਵਧੀਆ, ਗੁੱਡ ਹੈ, ਗੁੱਡ। ਬਟ ਆਈ ਹੈਵ ਗॉट ਐਨ ਈਵਨ, ਬਟ ਆਈ ਹੈਵ ਗॉट ਐਨ ਈਵਨ, ਗੁੱਡ ਦਾ ਕਰ ਦਾਂਗੇ ਬੈਟਰ, ਪਰ ਮੇਰੇ ਕੋਲ ਇਸ ਤੋਂ ਵੀ ਜ਼ਿਆਦਾ ਬੈਟਰ ਹੈ। ਕਹਿੰਦਾ ਤੇਰੇ ਵਾਲਾ ਆਈਡੀਆ ਵਧੀਆ ਹੈ ਪਰ ਮੇਰੇ ਕੋਲ ਇਸ ਤੋਂ ਵੀ ਜ਼ਿਆਦਾ ਵਧੀਆ ਆਈਡੀਆ, ਮਤਲਬ ਕਿ। फोर्थ, द फर्स्ट क्वेश्चन वॉज वेरी डिफिकल्ट। देखो वेरी डिफिकल्ट टू आंसर, कहना जो फर्स्ट क्वेश्चन सीगा वॉज वेरी डिफिकल्ट टू वेरी डिफिकल्ट टू आंसर, उसका आंसर देना बहुत ज़्यादा डिफिकल्ट सी। इत्थे एडजैक्टिव है डिफिकल्ट, है ना। फर्स्ट क्वेश्चन का आंसर देना बहुत डिफिकल्ट सी। द सैकेंड वन वॉज ईवन, तो आएगा द सैकेंड वन वॉज ईवन। डिफिकल्ट का आप कहेंगे मोर डिफिकल्ट, मोर डिफिकल्ट, तो इसका मतलब की बन गया, पर जो सैकेंड की कहता वो उस तो भी ज़्यादा डिफिकल्ट सीगा। पंजवां, आई डिड वैरी बैडली इन द एग्जाम, मैं एग्जाम दे विच बहुत बुरा किया, मतलब एग्जाम दे विच मैं बहुत बुरा करिया। बैड, बैड का हुंदा ना, बैड मतलब बैड की अगे आपां कंपैरेटिव फॉर्म यूज करनी है, एडजैक्टिव है बैड। आई डिड वैरी बैडली इन द एग्जाम बट मोस्ट ऑफ माई फ्रेंड्स डिड, पर जेडे मेरे ज़्यादातर दोस्त सीगे ईवन वर्स, उन्होंने मेरे तो भी ज़्यादा मतलब कि खराब किया। आई डिड वैरी बैडली इन द एग्जाम, मैं एग्जाम दे विच बहुत बुरा किया। बट मोस्ट ऑफ माई फ्रेंड्स डिड ईवन वर्स, पर मोस्ट जेडे मेरे मोस्ट फ्रेंड्स सीगे उन्होंने मेरे तो भी ज़्यादा खराब किया। छेवां, नैदर ऑफ अस वॉज हंगरी, साडे चों कोई भी भुखा नहीं सी। आई एट वैरी लिटल, लिटल मैं खादा, की खादा बहुत घट, लिटल खादा बहुत घट। एंड माई फ्रेंड्स एट, पर मेरे दोस्तों ने, माई फ्रेंड्स एट ईवन लैस, लिटल की कंपैरेटिव होंगी है लैस, पर मेरे दोस्तों ने मेरे तो भी घट खाता। सो ये एक्सरसाइज तो बिल्कुल आसान है। एंड दे विच तुसीं ने सिर्फ ईवन ईवन दे नाल जिहड़े इधर एडजैक्टिव्स दिते हुए ने उन्हां दी तुसीं ने कंपैरेटिव फॉर्म है जिहड़ी वो कर देनी है। सो ये सी अपनी इस यूनिट का अपना पार्ट
थर्ड। एंड अगे अपनी इस यूनिट का लास्ट पार्ट है जो आप करते हैं। देखो इस अपने की करना, सब तो पहला उपर पढ़ो इन्होंने अपन की कहा, पुट इन इफ ईवन ईवन इफ ईवन दो, इन्होंने चारों के विचों आप एक पुट करना है। हालांकि पहला तो मैं कर दिते गए हैं, बट किवें आए वो भी तुहानूं मैं दसांगा। ब्लैंक्स दिते गए हैं, आप उन्होंने ब्लैंक्स के विच हर एक सेंटेंस के विच इन्हां चारों के विचों देखना कि किहड़ा आएगा। उस दे लई तुहानूं की है जिहड़ा सेंटेंस है उसकी सेंस है जिहड़ी तुहानूं पता होनी चाहिए है। सेंटेंस नूं ट्रांसलेट करना तुहानूं आउणा चाहिए, फिर तुसीं इन्हां दा यूज़ है जिहड़ा करैक्ट यूज़ है जिहड़ा तुसीं कर सकते हो। बट एक सिंपल जिहा तरीका मैं तुहानूं फिर भी दस दिता है। इन्हां दी पंजाबी बिल्कुल सिंपल है। इफ दा मतलब जेकर, किसी जेकर सेंटेंस के विच कोई इस तरह की सेंस आउंदी है भी जिथे आपां ने यूज़ करना है जेकर, तो इफ उत्थे आएगा इफ जेकर। ईवन का मतलब इत्थों तक के या फिर वी ये लिख लेना। ईवन इफ का मतलब बेशक या फिर भावें। ईवन दो का मतलब हालांकि। ठीक है, इस तरह हम इन्होंने यूज़ करते जाना। जिस तरह सब तो फस्ट देखो ये भुल जो भी आप पहला लगाया, पहला कला ये पढ़ो, कहते शी कांट ड्राइव, वो ड्राइव नहीं कर सकती। शी हैज़ बाउट अ कार, उसने एक कार खरीद ली है। हुण जेकर हम इत्थे आपां इफ लगावांगे अगे तो यदा मतलब बन जाएगा जेकर वो ड्राइव नहीं कर सकती उसने कार खरीद ली है। ये तो सेंस ही नहीं बनती। बट आपां देखो इत्थे हैगा ईवन दो का मतलब है हालांकि, तो यदा मतलब बन गया हालांकि वो ड्राइव नहीं कर सकती, मतलब उसको ड्राइव करना हालांकि नहीं आता। शी हैज़ बॉट अ कार, फिर भी उसने कार है जी एक खरीद ली है ना। अगला देखो सैकेंड, द बस लीव्स इन 5 मिनट्स, जी बस है 5 मिनटां दे विच चलेगी, मतलब 5 मिनटां नूं बस है जी चलण वाली है। बट परंतु वी कैन स्टिल कैच इट, पर हले भी असी उस बस नूं कैच कर सकते हैं। वी रन, देखो जेकर असी हले भी उस बस नूं कैच कर सकते हैं जेकर असी दौड़ीए, जेकर असी दौड़ के जाइए, तां करके इत्थे इफ आ गया। इफ वी रन असी उसनूं कैच कर सकते हैं। अगे देखो अगला सेम मेरे नाल दी है, द बस लीव्स इन 2 मिनट्स, जी बस है हुण कहंदे 2 मिनटां दे विच चलण वाली है। वी वॉन्ट कैच इट, मतलब असी उसनूं कैच हुण नाउ, असी उस बस नूं हुण कैच नहीं कर सकते। वी रन मतलब कि इत्थे आएगा बेशक, मतलब कि ईवन इफ या भावें, क्योंकि इसका मतलब है कि बस नूं हुण असीं कैच नहीं कर सकते। बेशक ईवन इफ वी रन, हुण तां बेशक असीं भज लईए फिर भी असीं बस नूं कैच नहीं कर सकते। सेंस बिल्कुल समझ आ रही है। फोर्थ देखो, हिज स्पैनिश इज नॉट वेरी गुड, उसकी स्पैनिश है जी वो ज़्यादा वधिया नहीं हैगी। आप इत्थे ईवन का यूज़ किया, ईवन मतलब कि इत्थों तक के है ना, या फिर वी मतलब कि उसकी स्पैनिश बहुत वधिया नहीं हैगी। ईवन आफ्टर 3 ईयर्स इन स्पेन, इत्थों तक कि स्पेन दे विच उसनूं 3 साल हो गए, या फिर कह सकते हैं उसनूं स्पेन दे विच 3 सालां बाद भी उसकी जिहड़ी स्पैनिश है बहुत वधिया नहीं हैगी। पंजवां देखो, हिज स्पैनिश इज़ नॉट वेरी गुड, उसकी स्पैनिश ज़्यादा वधिया नहीं हैगी। अगे है ही लिव्स इन स्पेन फॉर 3 ईयर्स, मतलब कि ईवन दो हालांकि उसकी स्पैनिश ज़्यादा वधिया नहीं हैगी, हालांकि उसनूं स्पेन दे विच 3 साल हो गए रहिंदे नूं। इत्थे आएगा हालांकि। छेवें दे विच की है, विद द हीटिंग ऑन इट वॉज कोल्ड इन द हाउस, है ना, घर दे विच हले भी, मतलब हीटिंग ऑन करन दे बावजूद भी, है ना, इत्थों तक की मतलब कि ईवन इत्थों तक के हीटिंग है जी उसनूं ऑन करन दे बावजूद भी इट वॉज कोल्ड इन द हाउस, हजे भी घर दे विच ठंड है। सतवां, आई कुडंट स्लीप, कहना मैं सो नहीं सकिया। ईवन दो आई वॉज वेरी टायर्ड, हालांकि कहना मैं सो नहीं सकिया हालांकि मैं बहुत थकिया होया सी, तां करके इत्थे ईवन दो दा आपां यूज़ करांगे। अठवां, आई वॉन्ट फॉरगिव दैम, उन्होंने मैं माफ़ नहीं करांगा फॉर वट दे डिड, जो कुछ भी उन्होंने किया उस दे लई। दे अपोलोजाइज, ईवन इफ मतलब बेशक ईवन इफ बेशक वो मेरे तो कहना माफ़ी मंगण, फिर भी मैं उन्होंने नहीं माफ़ करांगा, भावें या भावें कह लो भावें बेशक वो मेरे तो माफ़ी मंगण। नौवां, आई हैडंट ईटन एनीथिंग फॉर 24 आवर्स, मतलब कि ईवन दो हालांकि कहना हालांकि मैं 24 घंटिया तो कुछ भी 24 घंटिया तो मैं कुछ भी नहीं खाया सी। आई वॉज नॉट हंगरी, फिर भी मतलब मैं भुखा नहीं सी। सो इन्हां दा जिहड़ा यूज़ है देखो, तुसी सिर्फ इन्हां दे मीनिंग याद रखो, इन्हां मीनिंग दे नाल ही तुसी इन्हां दा यूज़ आसानी दे नाल
ਕਰ ਸਕਦੇ ਹੋ। ज़्यादा इस दे विच कोई समझण समझाउण वाला गल नहीं है, क्योंकि ये प्रैक्टिस नाल आउंदे ने जिहड़े ये यूजर्स ने इफ ईवन ईवन इफ ईवन दो, इन्हां दा जिन्ना ज़्यादा आपां इन्हां दी प्रैक्टिस करांगे उन्ना ही ज़्यादा आपां समझांगे। फिर भी तुसीं एक बार इन्हां नूं इस तरह इन्हां दी जिहड़ी पंजाबी है याद रख के इन्हां नूं तुसीं यूज़ है जिहड़ा ओह कर सकदे हो। सो ये सी अपनी यूनिट नंबर 112। आई होप कि तुहानूं समझ आई होवेगी। फिर भी जेकर कोई प्रॉब्लम रहिंदी है तो तुसीं एक बार दोबारा सुनिया करो वीडियो नूं, सारियां चीज़ां तुहानूं क्लीयर होणियां शुरू हो जाणगीਆਂ। सो मिलदे हां अगली वीडियो लैके, उदों तक दिओ इजाजत। थैंक यू सो मच।